ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈਆ ਛੰਦ ਉਠੇ ਬਹੁਰ ਸ੍ਰੀ ਅਰਜਨ ਸਤਿਗੁਰ। ਨਿਜ ਨਿਜ ਸਦਨ ਗਏ ਸਭ ਕੋਏ। ਨਿਸਾ ਪਰੀ ਭੋਜਨ ਸ਼ੁਭ ਕਰ ਕੈ। ਸੁਠ ਪ੍ਰਿਯੰਕ ਪਰ ਪੋੜਤ ਸੋਏ। ਰਾਤ ਕਾਲ ਕਰ ਸੋਚ ਇਸ਼ਨਾਨ ਹੈ। ਚਲਵੇ ਹੇਤ ਤਿਆਰ ਗੁਰ ਹੋਏ। ਮਹਾਦੇਵ ਕੋ ਸੰਗ ਮਿਲਾਇ ਹੈ। ਚਹਿਤ ਜੋ ਦਰਸ ਸਾਥ ਭੇ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸ਼ਾਮਾਂ ਦੇ ਦੀਵਾਨ ਸਜੇ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਸੋਧਾ ਰਹਿਰਾਸ ਜੀ ਦੇ ਪਾਠ ਤੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਅੰਮ੍ਰਿਤਮਈ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਮਹਾਦੇਵ ਜੀ ਨੇ ਆਪਸ ਵਿੱਚ ਵਿਚਾਰ ਕੀਤੀ ਹੈ। ਬਾਬਾ ਮਹਾਦੇਵ ਜੀ ਕਹਿੰਦੇ, ਮਹਾਰਾਜ ਮੈਂ ਸ੍ਰੀ ਗੋਇੰਦਵਾਲ ਸਾਹਿਬ ਜਾਣਾ ਚਾਹੁੰਦਾ। ਸਾਡੇ ਨਾਨਾ ਜੀ ਸਤਿਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਜੇ ਆਪ ਦੀ ਆਗਿਆ ਹੋਵੇ ਉੱਥੇ ਜਾ ਕੇ ਜੋੜ ਮੇਲੇ ਵਿੱਚ ਸੰਗਤਾਂ ਦੇ ਦਰਸ਼ਨ ਕਰ ਆਵਾਂ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਰਾਤਾ ਜੀ ਤੁਸੀਂ ਇਕੱਲੇ ਕਿਉਂ ਜਾਓਗੇ, ਅਸੀਂ ਵੀ ਤੁਹਾਡੇ ਨਾਲ ਜਾਵਾਂਗੇ। ਅਸੀਂ ਵੀ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਅਮਰਦਾਸ ਜੀ ਦੀ ਸਾਲਾਨਾ ਦਾ ਜੋ ਜੋੜ ਮੇਲਾ ਹੈ ਉਹਦੇ 'ਚ ਹਾਜ਼ਰੀ ਭਰ ਕੇ ਗੁਰੂ ਅਮਰਦਾਸ ਦੇ ਚਰਨ ਪਰਸਾਂਗੇ। ਗੁਰੂ ਅਮਰਦਾਸ ਜੀ ਦੇ ਬੇਅੰਤ ਗੁਣ ਦੋਵਾਂ ਭਾਈਆਂ ਨੇ ਆਪਸ ਵਿੱਚ ਸਾਂਝੇ ਕੀਤੇ। ਫਿਰ ਸਤਿਗੁਰੂ ਅਰਜਨ ਦੇਵ ਜੀ ਅਤੇ ਬਾਬਾ ਮਹਾਦੇਵ ਜੀ ਉੱਠੇ ਹਨ। ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉੱਠੇ ਬਹੁਰ ਸ੍ਰੀ ਅਰਜਨ ਸਤਿਗੁਰ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਠੇ ਹਨ। ਨਿਜ ਨਿਜ ਸਦਨ ਗਏ ਸਭ ਕੋਏ। ਔਰ ਸਾਰੇ ਆਪਣੇ ਆਪਣੇ ਅਸਥਾਨਾਂ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਨਿਸਾ ਪਰੀ ਭੋਜਨ ਸ਼ੁਭ ਕਰ ਕੈ। ਉਹ ਦਿਨ ਬੀਤਿਆ, ਸ਼ਾਮ ਹੋਈ, ਰਾਤ ਪਈ। ਭੋਜਨ ਛਕ ਕੇ ਸਾਰਿਆਂ ਨੇ ਸੁਠ ਪ੍ਰਿਯੰਕ ਪਰ ਪੋੜਤ ਸੋਏ। ਪਲੰਗ ਦੇ ਉੱਤੇ ਮਹਾਰਾਜ ਨੇ ਅਤੇ ਸਾਰੇ ਸਿੱਖਾਂ ਨੇ ਆਰਾਮ ਕੀਤਾ ਆਪਣੇ ਆਪਣੇ ਥਾਵਾਂ ਤੇ। ਰਾਤ ਕਾਲ ਕਰ ਸੋਚ ਇਸ਼ਨਾਨ ਹੈ। ਅਗਲੇ ਦਿਨ ਪ੍ਰਾਤଃ ਕਾਲ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ। ਚਲਵੇ ਹੇਤ ਤਿਆਰ ਗੁਰ ਹੋਏ। ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਜਾਣ ਨੂੰ ਤਿਆਰ ਹੋਏ। ਗੋਇੰਦਵਾਲ ਸਾਹਿਬ ਜਾਣ ਦੀਆਂ ਤਿਆਰੀਆਂ ਕੱਸੀਆਂ ਹਨ। ਮਹਾਦੇਵ ਕੋ ਸੰਗ ਮਿਲਾਇ ਹੈ। ਬਾਬਾ ਮਹਾਦੇਵ ਜੀ ਨੂੰ ਜੋ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ, ਉਹਨਾਂ ਨੂੰ ਗੁਰੂ ਜੀ ਨੇ ਆਪਣੇ ਨਾਲ ਲੈ ਲਿਆ। ਚਹਿਤ ਜੋ ਦਰਸ ਸਾਥ ਭੇ ਸੋਏ। ਹੋਰ ਵੀ ਜਿਹੜੇ ਗੁਰਸਿੱਖ ਗੋਇੰਦਵਾਲ ਸਾਹਿਬ ਜਾਣਾ ਚਾਹੁੰਦੇ ਸਨ ਦਰਸ਼ਨਾਂ ਦੇ ਵਾਸਤੇ ਜੋੜ ਮੇਲੇ ਤੇ, ਉਹ ਵੀ ਨਾਲ ਤਿਆਰ ਹੋ ਪਏ। ਨੰਦਨ ਹਰ ਗੋਬਿੰਦ ਰਿਪ ਕੰਦਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਬਲੀ ਯੋਧੇ, ਦੁਸ਼ਟਾਂ ਦਾ ਨਾਸ ਕਰਨ ਵਾਲੇ। ਚੰਦ ਮਨਿੰਦ ਬਿਲੰਦ ਦੁਲਾਰ। ਜਿਨ੍ਹਾਂ ਦਾ ਚੰਦਰਮਾ ਵਰਗਾ ਸੁੰਦਰ ਮੁਖੜਾ। ਗੁਰੂ ਅਰਜਨ ਦੇਵ ਜੀ ਆਪਣੇ ਸੁੰਦਰ ਸਪੁੱਤਰ ਸ੍ਰੀ ਹਰਗੋਬਿੰਦ ਜੀ ਨੂੰ ਦੁਲਾਰ ਕਰਕੇ ਉਹਨਾਂ ਦੇ ਸਿਰ ਤੇ ਹੱਥ ਫੇਰ ਕੇ ਉਹਨਾਂ ਨੂੰ ਪਿਆਰ ਦਿੱਤਾ ਹੈ। ਦੇ ਧੀਰਜ ਬੀਰਜ ਜੁਤ ਸੁਤ ਕੋ। ਮਹਾਬਲੀ ਬੀਰਜ ਜੁਤ ਬਲੀ ਬਲ ਜੁਗਤ ਸ੍ਰੀ ਹਰਗੋਬਿੰਦ ਜੀ ਨੂੰ ਧੀਰਜ ਦੇ ਕੇ। ਆਦ ਬੰਦ ਤਿਨ ਬੰਧਨ ਧਾਰ। ਗੁਰੂ ਹਰਗੋਬਿੰਦ ਜੀ ਨੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਪਿਤਾ ਨੂੰ ਮੱਥਾ ਟੇਕਿਆ ਹੈ। ਫਟੇ ਨਿਕੇਤ ਸਮੇਤ ਸਿੱਖ ਗਨ। ਔਰ ਫਿਰ ਮਹਾਰਾਜ ਆਪਣੇ ਸਿੱਖਾਂ ਸਮੇਤ ਘਰੋਂ ਨਿਕਲੇ ਹਨ। ਸਤਿਗੁਰ ਗਮਨੇ ਪੰਥ ਮਝਾਰ। ਸ੍ਰੀ ਗੋਇੰਦਵਾਲ ਸਾਹਿਬ ਦੇ ਰਾਹ ਤੇ ਚੱਲ ਪਏ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ।
ਦਾਸ ਮਸੰਦ ਬ੍ਰਿੰਦ ਸਿੱਖ ਸੰਗੀ। ਬਹੁਤ ਸਾਰੇ ਦਾਸ ਸੇਵਾਦਾਰ ਮਸੰਦ ਗੁਰੂ ਘਰ ਦੇ ਸਿੱਖ ਸੰਗਤਾਂ ਨਾਲ ਸਨ। ਸੰਗ ਚਲੇ ਜੈਕਾਰ ਉਚਾਰ। ਨਾਲ ਜਾਂਦੇ ਜੈ ਜੈਕਾਰ ਦੀ ਧੁਨੀ ਕਰਦੇ ਜਾ ਰਹੇ। ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਨਾਮ ਦੇ ਜਕਾਰੇ ਗਜਾ ਰਹੇ ਹਨ। ਲੰਘੇ ਮਾਰਗ ਗਏ ਗ੍ਰਾਮ। ਸਾਰਾ ਪਿੰਡਾ ਲੰਘ ਕੇ ਇਹ ਸਫ਼ਰ ਕਰਕੇ ਜਾ ਪਹੁੰਚੇ ਹਨ। ਨਾਮ ਖਡੂਰ ਗੁਰੂ ਸਥਾਨ। ਜਿਹੜਾ ਖਡੂਰ ਸਾਹਿਬ ਗੁਰੂ ਕੀ ਨਗਰੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ, ਉਹਦੇ ਕੋਲ ਪਹੁੰਚੇ ਹਨ। ਸੁਨ ਦਾਤੂ ਹਿਤ ਆਦਰ ਆਇਓ। ਬਾਬਾ ਦਾਤੂ ਜੀ ਨੂੰ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਦੇ ਆਉਣ ਦਾ। ਉਹ ਅੱਗੋਂ ਦੀ ਸਵਾਗਤ ਕਰਨ ਲਈ ਆ ਗਏ। ਲੈ ਨਿਜ ਸੰਗ ਪ੍ਰਵੇਸ਼ਨ ਠਾਨ। ਬਾਬਾ ਦਾਤੂ ਜੀ ਗੁਰੂ ਅਰਜਨ ਦੇਵ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਨਗਰ ਸ੍ਰੀ ਖਡੂਰ ਸਾਹਿਬ ਚ ਲੈ ਗਏ। ਹਾਂਜੀ, ਡੇਰਾ ਕਰਵਾਇਸ ਸ਼ੁਭ ਕਰਮ ਹੈ। ਬੇਨਤੀ ਕੀਤੀ ਵੀ ਅੱਜ ਦੀ ਰਾਤ ਇੱਥੇ ਸਾਡੇ ਕੋਲ ਡੇਰਾ ਕਰੋ। ਬੜੇ ਪ੍ਰੇਮ ਨਾਲ ਡੇਰਾ ਕਰਵਾਇਆ, ਆਸਣ ਲਵਾਇਆ ਗੁਰੂ ਅਰਜਨ ਦੇਵ ਜੀ ਦਾ। ਨੀਰ ਅਨਾਏ ਭੁਖੇ ਪਖਾਰੇ ਪਾਨ। ਔਰ ਜਲ ਮੰਗਵਾ ਕੇ ਗੁਰੂ ਸਾਹਿਬ ਜੀ ਦੇ ਹੱਥ ਧੁਆਏ, ਚਰਨ ਧੁਆਏ ਹਨ। ਪਗ ਪਖਾਰ ਕਰ ਟਿਕੇ ਕਿਤਕ ਚਿਰ। ਕੁਝ ਸਮਾਂ ਜਲ ਹੱਥ ਧੋ ਕੇ ਪੰਜ ਇਸ਼ਨਾਨਾਂ ਕਰਕੇ ਬੈਠੇ ਹਨ। ਸ੍ਰੀ ਅਰਜਨ ਹੋਇਆ ਕਰ ਸਾਵਧਾਨ। ਫਿਰ ਗੁਰੂ ਅਰਜਨ ਦੇਵ ਜੀ ਸਾਵਧਾਨ ਹੋ ਕੇ ਤਿਆਰ ਪਰ ਤਿਆਰ ਹੋ ਕੇ ਲੈ ਦਾਤੂ ਸੰਗ ਸ੍ਰੀ ਅੰਗਦ। ਫਿਰ ਬਾਬਾ ਦਾਤੂ ਜੀ ਨੂੰ ਨਾਲ ਲੈ ਕੇ ਥਲ ਗਏ ਦਰਸ ਕਰਵੇ ਦਰਬਾਰ। ਸ੍ਰੀ ਅੰਗਦ ਥਲ ਗੁਰੂ ਅੰਗਦ ਦੇਵ ਜੀ ਦੇ ਸਥਾਨ ਤੇ ਗਏ ਹਨ ਦਰਸ਼ਨ ਕਰਨ ਲਈ। ਧਰਮ ਦੀਨ ਅਰਦਾਸ ਕਰਾਇਸ। ਉੱਥੇ ਜਾ ਕੇ ਮਾਇਆ ਦਿੱਤੀ ਹੈ ਤੇ ਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਅਰਦਾਸਾ ਕਰਵਾਇਆ ਹੈ ਗੁਰੂ ਅਰਜਨ ਦੇਵ ਜੀ ਨੇ। ਹੱਥ ਜੋੜ ਠਾਂਡੇ ਅਗਵਾਰ। ਹੱਥ ਜੋੜ ਕੇ ਖੜੇ ਹਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਨਮਸਕਾਰ ਕਰਨ ਲਈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਥੇ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਹੈ। ਸਾਧ ਸੰਗਤ ਜੀ, 12 ਸਾਲ ਮਹਾਰਾਜ ਗੁਰਤਾ ਗੱਦੀ ਇਸੇ ਨਗਰ ਵਿੱਚ ਕੀਤੀ। ਪਹਿਲਾਂ ਵੀ ਇੱਥੇ ਹੀ ਰਹੇ ਹਨ। ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਨਗਰੀ ਹੈ। ਫੇਰ ਵਸਾਇਆ ਫੇਰਵਾਨ ਸਤਿਗੁਰ ਖਡੂਰ। ਤਪਿਆਣਾ ਸਾਹਿਬ, ਵੱਡਾ ਦਰਬਾਰ ਸਾਹਿਬ, ਮੱਲ ਖਾੜਾ ਸਾਹਿਬ, ਮਾਈ ਭਰਾਈ ਦਾ ਘਰ, ਇਹ ਸਾਰੇ ਗੁਰੂ ਅੰਗਦ ਦੇਵ ਜੀ ਦੀ ਨਿਸ਼ਾਨੀਆਂ ਹਨ, ਗੁਰੂ ਘਰ ਹਨ। ਵੱਡਾ ਦਰਬਾਰ ਸਾਹਿਬ ਉਹ ਹੈ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਹੋਇਆ। ਦਿਉਰਾ ਸਾਹਿਬ ਹੈ। ਉਸ ਜਗ੍ਹਾ ਤੇ ਜਾ ਕੇ ਗੁਰੂ ਅਰਜਨ ਦੇਵ ਜੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚੜਾਈਆਂ ਤੇ ਮਾਇਆ ਅਰਦਾਸ ਕਰਾਈ ਹੈ। ਬਹੁਤ ਪ੍ਰਸਾਦ ਤਹਾਂ ਵਰਤਾਇਸ। ਬਹੁਤ ਪ੍ਰਸ਼ਾਦ ਵਰਤਾਏ ਹਨ। ਬਹੁਤ ਸਾਰੇ ਮੇਵੇ ਫਲ ਫਰੂਟ ਭੇਟਾ ਕੀਤਾ ਹੈ। ਲੰਗਰ ਵਾਸਤੇ ਰਸਤਾਂ ਬਸਤਾਂ ਭੇਟਾ ਕੀਤੀਆਂ ਹਨ। ਨਮਸਕਾਰ ਕੀਨ ਸਥਿਤ ਧਾਰ। ਬੜੇ ਪ੍ਰੇਮ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗੀਠੇ ਸਾਹਿਬ ਜੀ ਤੇ ਵੱਡੇ ਦਰਬਾਰ ਵਿੱਚ ਮੱਥਾ ਟੇਕਿਆ ਹੈ। ਤੇਈ ਪ੍ਰਕਰਮਾ 4 ਵਾਰ। ਕਹਿੰਦੇ 4 ਪ੍ਰਕਰਮਾਂ ਕੀਤੀਆਂ ਨੇ ਦਰਬਾਰ ਦੀਆਂ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਹੈ। ਪੁਰਾਤਨ ਸਮੇਂ ਵਿੱਚ ਇੱਥੇ ਅੰਗੀਠਾ ਹੁੰਦਾ ਸੀ। ਬਾਅਦ ਵਿੱਚ ਹੌਲੇ ਹੌਲੇ ਬਿਲਡਿੰਗਾਂ ਬਣੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਸੋਹਣਾ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਬੜੀ ਸ਼ਰਧਾ ਨਾਲ ਤਿਆਰ ਕੀਤਾ ਸੀ ਗੁਰੂ ਅੰਗਦ ਦੇਵ ਜੀ ਦਾ। ਬਾਅਦ ਵਿੱਚ ਹੁਣ ਵੀ ਕਾਰ ਸੇਵਾ ਵਾਲੇ ਬਾਬਿਆਂ ਨੇ ਨਵਾਂ ਚੋਲਾ ਬਦਲਿਆ ਹੈ। ਉਹ ਵੀ ਬੜਾ ਸੁੰਦਰ ਸੁਨਹਿਰੀ ਕੰਮ ਕਰਕੇ ਅੰਦਰ ਅੰਗੀਠੇ ਸਾਹਿਬ ਜੀ ਦੀ ਬਿਲਡਿੰਗ ਤਿਆਰ ਕੀਤੀ ਹੈ। ਸ੍ਰੀ ਖਡੂਰ ਸਾਹਿਬ ਜ਼ਰੂਰ ਜਾਣਾ ਚਾਹੀਦਾ ਸਾਧ ਸੰਗਤ ਜੀ, ਬਲਕਿ 1-2 ਦਿਨ ਉੱਥੇ ਰਹਿਣਾ ਚਾਹੀਦਾ। ਜਿਹੜੀ ਭਗਤੀ ਸ਼ਰਧਾ ਭਾਵਨਾ ਉੱਥੇ ਜਾ ਕੇ ਬਣਦੀ ਹੈ ਸ਼ਾਇਦ ਹੀ ਕਿਸੇ ਹੋਰ ਸਥਾਨ 'ਤੇ ਬਣਦੀ ਹੋਵੇ। ਗੁਰੂ ਦੇ ਅਸਥਾਨ ਸਾਰੇ ਹੀ ਪਵਿੱਤਰ ਹਨ, ਪਰ ਵੱਖਰੀ ਵੱਖਰੀ ਅਵਸਥਾ ਹੁੰਦੀ। ਕਈ ਅਸਥਾਨ ਐਸੇ ਨੇ ਜਿੱਥੇ ਜਾ ਕੇ ਵੀਰ ਰਸ ਦਾ ਪਹਿਰਾ ਵਰਤਦਾ, ਜਿਵੇਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ, ਹਜ਼ੂਰ ਸਾਹਿਬ, ਇੱਥੇ ਵੀਰ ਰਸ ਦਾ ਪਹਿਰਾ ਚੱਲਦਾ। ਸ੍ਰੀ ਨਨਕਾਣਾ ਸਾਹਿਬ, ਖਡੂਰ ਸਾਹਿਬ, ਕਰਤਾਰਪੁਰ ਸਾਹਿਬ, ਗੋਇੰਦਵਾਲ ਸਾਹਿਬ, ਇੱਥੇ ਭਗਤੀ ਰਸ ਦਾ ਪਹਿਰਾ ਵਰਤਦਾ ਹੈ। ਸਾਰੇ ਗੁਰੂ ਦੇ ਰਸ ਜਿਉਂ-ਜਿਉਂ ਭਿੱਜੀ ਜਾਵੇ ਕੰਬਲੀ ਭਾਰੀ ਹੋਈ ਜਾਂਦੀ ਹੈ। ਖਡੂਰ ਸਾਹਿਬ ਜਾ ਕੇ ਤਾਂ ਇੰਨਾ ਕੁ ਵਿਰਾਗ, ਇੰਨਾ ਕੁ ਪ੍ਰੇਮ, ਇੰਨੀ ਨਿਮਰਤਾ, ਇੰਨਾ ਧੰਨ ਗੁਰੂ ਅੰਗਦ ਸਾਹਿਬ ਦੀਆਂ ਯਾਦਾਂ ਹੀ ਐਸੀਆਂ ਹਨ। ਜਿਸ ਪਿਆਰੇ ਸਿਉਨੇ ਹੋਂ ਤਿਸ ਆਗੈ ਮਰ ਚੱਲੀਐ,
ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਇਹ ਬਚਨ ਗੁਰੂ ਅੰਗਦ ਦੇਵ ਜੀ ਉਸ ਵੇਲੇ ਕਹੇ ਸੀ ਜਦੋਂ ਜੋਤੀ ਜੋਤ ਸਮਾਏ ਗੁਰੂ ਨਾਨਕ ਦੇਵ ਜੀ ਦੀ ਖਬਰ ਪਹੁੰਚੀ ਸੀ ਕਿ ਮਹਾਰਾਜ ਪਹਿਲੇ ਪਾਤਸ਼ਾਹ ਸੱਚਖੰਡ ਗਮਨ ਕਰ ਗਏ। ਤੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ 'ਚ ਬੈਠੇ ਸੀ, ਉੱਥੇ ਆਵਾਜ਼ ਆਈ ਸੀ ਤੇ ਉਹਨਾਂ ਨੇ ਕਿਹਾ ਸੀ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਆਏ ਹਨ ਤੇ ਦਰਬਾਰ ਵਿੱਚ ਵੱਡੇ 'ਚ ਹਾਜ਼ਰੀਆਂ ਭਰ ਕੇ ਉੱਥੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ, ਬਹੁਤ ਸਾਰੇ ਮੇਵੇ, ਬਹੁਤ ਸਾਰੇ ਫਲ ਫਰੂਟ, ਬੇਅੰਤ ਭੇਟਾਵਾਂ, ਸੁੰਦਰ ਬਸਤਰ ਅਤੇ ਬੇਅੰਤ ਮਾਇਆ ਅਰਦਾਸ ਕਰਾਈ ਹੈ। ਸ਼ੇਰੇ ਪੰਜਾਬ ਜੀ ਨੇ ਵੀ ਇਸੇ ਕਰਕੇ ਸ਼ਰਧਾ ਨਾਲ ਦਰਬਾਰ ਦੀ ਸੇਵਾ ਕਰਾਈ ਸੀ ਸਾਰੇ ਗੁਰਦੁਆਰਿਆਂ ਦੀ। ਖਡੂਰ ਸਾਹਿਬ ਆ ਕੇ ਹਾਜ਼ਰੀਆਂ ਭਰੀਆਂ ਸਨ। ਮਹਾਰਾਜਾ ਰਣਜੀਤ ਸਿੰਘ ਜੀ ਕਈ ਵਾਰੀ ਆਏ, ਗੋਇੰਦਵਾਲ ਸਾਹਿਬ, ਸਰਾਲੀ ਸਾਹਿਬ, ਤਰਨਤਾਰਨ ਸਾਹਿਬ, ਸ਼ੇਰੇ ਪੰਜਾਬ ਬਹੁਤ ਆਇਆ ਕਰਦੇ ਸਨ। ਹਾਂਜੀ, ਫਿਰ ਸਿੱਖ ਸੰਗਤ ਸਭ ਤਿਸੀ ਪ੍ਰਕਾਰ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੀ ਸੰਗਤ ਨੇ ਵੀ ਪਰਿਕਰਮਾ ਕੀਤੀ। ਗੁਰੂ ਅਰਜਨ ਦੇਵ ਜੀ 4 ਪਰਿਕਰਮਾ ਕੀਤੀਆਂ ਵੱਡੇ ਦਰਬਾਰ ਦੀ, ਅੰਗੀਠੇ ਸਾਹਿਬ ਦੀਆਂ। ਨਾਲ ਹੀ ਜਿੰਨੇ ਸਿੱਖ ਆਏ ਸੀ ਨਾ, ਉਹਨਾਂ ਸਾਰਿਆਂ ਨੇ ਪਰਿਕਰਮਾ ਕੀਤੀਆਂ ਹਨ। ਮਹਿ ਪਹੁੰਚੇ ਸਤਿਗੁਰ। ਫਿਰ ਜਿੱਥੇ ਗੁਰੂ ਜੀ ਦਾ ਡੇਰਾ ਸੀਗਾ ਉੱਥੇ ਪਹੁੰਚ ਗਏ ਹਨ। ਦਾਤੂ ਸੇਵਾ ਸਰਬ ਕਰਾਏ। ਬਾਬਾ ਦਾਤੂ ਜੀ ਸਾਰੀ ਸੇਵਾ ਕਰ। ਬਾਬਾ ਦਾਤੂ ਜੀ ਨੇ ਲੰਗਰ ਦੀਆਂ ਰਸਤਾਂ ਬਸਤਾਂ ਖੁੱਲੀਆਂ, ਪਹਿਲਾਂ ਹੀ ਬੰਦੋਬਸਤ ਕੀਤਾ ਹੋਇਆ ਸੀ। ਗੁਰੂ ਅੰਗਦ ਦੇਵ ਦੇ ਘਰ ਘਾਟਾ ਕਾਹਦਾ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ। ਬਾਬਾ ਦਾਤੂ ਜੀ ਨੇ ਆਏ ਹੋਏ ਗੁਰਸਿੱਖਾਂ ਦੀ ਤੇ ਗੁਰੂ ਅਰਜਨ ਦੇਵ ਜੀ ਦੀ ਬਹੁਤ ਸੇਵਾ ਕੀਤੀ ਹੈ। ਹਾਂਜੀ, ਨਿਸ ਸੁਖ ਤੇ ਉਠ ਪ੍ਰਾਤ ਚਲੇ ਗੁਰ। ਰਾਤ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਹੀ ਰਹੇ। ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੋਇੰਦਵਾਲ ਸਾਹਿਬ ਵੱਲ ਚੱਲ ਪਏ ਹਨ। ਗੋਇੰਦਵਾਲ ਆਨੰਦ ਉਪਾਏ। ਸ੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰੋ। ਉੱਥੋਂ ਕੇਵਲ 8 ਮੀਲ ਦਾ ਹੀ ਪਿੰਡ ਹੈ, ਨੇੜੇ ਹੀ ਹੈ। ਮੇਰਾ ਖਿਆਲ ਹੈ ਗੱਡੀ ਵਿੱਚ ਤਾਂ 10 ਮਿੰਟ 5 ਮਿੰਟ ਹੀ ਲੱਗਦੇ ਨੇ, ਪਰ ਅੱਜ ਪੈਦਲ ਤੁਰੀਏ ਤੇ 2-3 ਘੰਟੇ ਦਾ ਸਫ਼ਰ ਹੈ ਹੀ ਹੈ। 2-2.5 ਘੰਟੇ ਲੱਗ ਜਾਂਦੇ। ਗੱਡਿਆਂ ਰੇੜਿਆਂ ਤੇ ਇੰਨਾ ਕੁ ਸਮਾਂ ਲੱਗ ਹੀ ਜਾਂਦਾ ਹੁੰਦਾ ਸੀ ਪੁਰਾਣੇ ਜ਼ਮਾਨੇ। ਥੋੜ੍ਹੇ ਸਮੇਂ 'ਚ ਦੁਪਹਿਰ ਤੱਕ ਗੋਇੰਦਵਾਲ ਸਾਹਿਬ ਪਹੁੰਚ ਗਏ। ਹਾਂਜੀ, ਸੁਨ ਆਗਮਨ ਆਪਣੇ ਭਵਨ। ਅੱਗੇ ਬਾਬਾ ਮੋਹਰੀ ਜੀ, ਬਾਬਾ ਮੋਹਣ ਜੀ, ਉਹਨਾਂ ਦੇ ਪਰਿਵਾਰ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਰਜਨ ਦੇਵ ਅਮਰਦਾਸ ਜੀ ਦੀ ਜੋ ਅੰਸ਼ ਹੈ, ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਆ ਰਹੇ ਨੇ। ਹਾਂਜੀ, ਦੁਸ਼ਮਨ ਦਵਨੋ ਜੁਤ ਸਮਝਾਏ। ਕਿ ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟਾਂ ਨੂੰ ਦਮਨ ਕਰਨ ਵਾਲੇ ਸਤਿਗੁਰੂ ਆਪਣੀਆਂ ਸੰਗਤਾਂ ਸਮੇਤ ਆ ਰਹੇ ਨੇ। ਹਾਂਜੀ, ਨਿਕਸ ਮੋਹਰੀ ਆਗੇ ਆਏ। ਬਾਬਾ ਮੋਹਰੀ ਜੀ ਸਵਾਗਤ ਕਰਨ ਲਈ ਗੁਰੂ ਅਰਜਨ ਦੇਵ ਜੀ ਦਾ ਅੱਗੋਂ ਦੀ ਆਏ ਹਨ। ਸੋ ਮਿਲਿਓ ਹਿਰਦੇ ਬਹੁ ਪ੍ਰੇਮ ਵਧਾਏ। ਬੜੇ ਪ੍ਰੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਬਾਬਾ ਮੋਹਰੀ ਜੀ। ਪੁੱਤਰ ਆਦ ਪਰਿਵਾਰ ਅਗਾਰੀ। ਸਾਧ ਸੰਗਤ ਜੀ, ਬਾਬਾ ਮੋਹਰੀ ਜੀ ਦਾ ਪਰਿਵਾਰ, ਉਹਨਾਂ ਦੇ ਪੁੱਤਰ ਪੋਤਰੇ, ਉਹ ਵੀ ਆਏ ਸਾਰੇ। ਹਾਂਜੀ, ਮਿਲਿਓ ਗੁਰੂ ਸੋ ਆਗੇ ਆਏ। ਸਾਰੇ ਗੁਰੂ ਅਰਜਨ ਦੇਵ ਜੀ ਦਾ ਸਵਾਗਤ ਕਰਨ ਲਈ ਅੱਗੋਂ ਦੀ ਆ ਕੇ ਮਿਲੇ ਹਨ। ਚੌਹੰਦਿਸ ਬੰਧਨ ਕਰੀ ਭਾਉ ਧਰ। ਬੜੇ ਪ੍ਰੇਮ ਨਾਲ ਬਾਬਾ ਮੋਹਰੀ ਜੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ, ਸਾਰਿਆਂ ਨੇ ਮੱਥਾ ਟੇਕ ਕੇ ਸਾਰਿਆਂ ਨੇ ਸਵਾਗਤ ਕੀਤਾ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਦੀਆਂ ਪਰਿਕਰਮਾ ਕੀਤੀਆਂ। ਕੁਸ਼ਲ ਪੂਛ ਕਰ ਸੁਖ ਕੋ ਪਾਏ। ਇੱਕ ਦੂਜੇ ਦਾ ਸੁਖ ਸ਼ਾਂਤ ਪੁੱਛਿਆ। ਦੋਹੇ ਦਿਸ ਬੰਧਨ ਕਰੀ ਭਾਉ ਧਰ। ਦੋਵੇਂ ਪਾਸੇ ਇੱਕ ਦੂਜੇ ਨੂੰ ਨਮਸਕਾਰ ਕੀਤੀ, ਹਾਲ ਚਾਲ ਪੁੱਛਿਆ ਸੁਖ ਦੇ ਨਾਲ ਇੱਕ ਦੂਜੀ ਦੇ। ਸੁੰਦਰ ਮੰਦਰ ਵਿਖੇ ਉਤਾਰੇ। ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਸਨ ਬੜੇ ਸੋਹਣੇ ਮਕਾਨਾਂ ਵਿੱਚ ਲਵਾਇਆ ਹੈ। ਲੋਚਨ ਪ੍ਰਿਯੰਕ ਦਸਾਏ ਲਿਆਏ। ਔਰ ਬੜਾ ਸੋਹਣਾ ਪਲੰਗ ਗੁਰੂ ਅਰਜਨ ਦੇਵ ਜੀ ਦੀ ਢਾਹ ਦਿੱਤਾ ਹੈ। ਸਕਲ ਭਾਂਤ ਕੀ ਸੇਵਾ ਕੀਨਸ। ਹਰ ਤਰ੍ਹਾਂ ਨਾਲ ਸਤਿਗੁਰਾਂ ਦੀ ਸੇਵਾ ਕੀਤੀ ਹੈ। ਖਾਨ ਪਾਨ ਆਦਿਕ ਸਮੁਦਾਏ। ਖਾਣ ਪਾਨ ਦੇ ਪਦਾਰਥ ਵਧੀਆ ਭੇਟਾ ਕੀਤੇ ਹਨ। ਇਸ ਮਹਿ ਸੁਖ ਤੇ ਉਠੇ ਪ੍ਰਾਤ ਕੋ। ਰਾਤ ਨੂੰ ਸੁੱਖ ਨਾਲ ਸੁੱਤੇ ਹਨ, ਸਵੇਰੇ ਅਗਲੇ ਦਿਨ ਉੱਠੇ ਹਨ। ਜਾਏ ਬਾਵਲੀ ਕੀਨ ਇਸ਼ਨਾਨ। ਅੰਮ੍ਰਿਤ ਵੇਲੇ ਗੁਰੂ ਅਰਜਨ ਦੇਵ ਜੀ ਬੌੜੀ 'ਚ ਇਸ਼ਨਾਨ ਕਰਨ ਲਈ ਗਏ ਹਨ। ਪੁਰਾਤਨ ਸਮੇਂ
ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ ਵੀ ਜੇ ਗੁਰੂ ਘਰਾਂ 'ਚ ਜਾਣਾ, ਜਾਂਦੇ ਹੀ ਇੱਕਦਮ ਨਹੀਂ ਸਰੋਵਰਾਂ 'ਤੇ ਪੌੜੀਆਂ 'ਤੇ ਇਸ਼ਨਾਨ ਕਰਨਾ, ਪਹਿਲਾਂ ਰੁਕ ਜਾਣਾ ਕਿਤੇ ਆਰਾਮ ਕਰਕੇ, ਫਿਰ ਦਰਬਾਰ ਦੇ ਦਰਸ਼ਨ ਕਰਨ ਜਾਣਾ। ਰਾਤ ਗੁਰੂ ਜੀ ਆਰਾਮ ਕੀਤਾ, ਅੰਮ੍ਰਿਤ ਵੇਲੇ ਬੌਲੀ ਸਾਹਿਬ ਇਸ਼ਨਾਨ ਕਰਨ ਗਏ ਹਨ। ਹਾਂਜੀ, ਸਿੱਖ ਸੰਗਤ ਤੈਸੀ ਬਿਧ ਕਰਕੇ, ਨਾਲ ਹੀ ਸਾਰੀ ਸੰਗਤ ਨੇ ਵੀ ਬੌਲੀ ਸਾਹਿਬ ਇਸ਼ਨਾਨ ਕੀਤੇ ਹਨ। ਪੁਨਹ ਚੁਬਾਰੇ ਦਰਸ਼ਨ ਠਾਨ, ਫਿਰ ਚੁਬਾਰੇ ਸਾਹਿਬ ਦੇ ਦਰਸ਼ਨ ਕਰਨ ਲਈ ਗਏ। ਚੁਬਾਰਾ ਸਾਹਿਬ ਜਾ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਸ੍ਰੀ ਗੁਰੂ ਅਮਰਦਾਸ ਸਭ ਮਿਲ ਕੇ, ਉੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਾਰੀ ਅੰਸ਼ ਬੰਸ ਬੜੇ ਪ੍ਰੇਮ ਨਾਲ ਮਿਲੀ ਹੈ। ਹਾਂਜੀ, ਚਰਚਾ ਆਤਮ ਗਿਆਨ, ਆਤਮ ਗਿਆਨ ਦੀ ਚਰਚਾ, ਬ੍ਰਹਮ ਗਿਆਨ ਦੀ ਚਰਚਾ ਹੋਈ, ਆਤਮ ਚਿੰਤਨ ਹੋਇਆ। ਉੱਥੇ ਬੜੇ ਬੜੇ ਮਹਾਂਪੁਰਖ ਰਹਿੰਦੇ ਸਾਧ ਸੰਗਤ ਜੀ, ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਬਾਬਾ ਸੁੰਦਰ ਜੀ, ਬਾਬਾ ਹਰਜਾਨੀ ਮੱਲ ਜੀ, ਅਰਥ ਮੱਲ ਜੀ, ਸੰਸਰਾਮ ਜੀ, ਹੋਰ ਵੀ ਬੜੀਆਂ ਮਹਾਨ ਆਤਮਾਵਾਂ, ਗੁਰਸਿੱਖ ਗੁਰੂ ਦੇ ਪਿਆਰੇ। ਉਹਨਾਂ ਨਾਲ ਬ੍ਰਹਮ ਗਿਆਨ ਦੀ, ਆਤਮ ਗਿਆਨ ਦੀ, ਚਿੰਤਨ ਦੀ ਚਰਚਾ ਹੋਈ ਹੈ। ਹਾਂਜੀ, ਭਨਿਓ ਸੁਨਿਓ ਮਨ ਗੁਣਿਓ ਭਲੇ ਕਰ, ਬੜੇ ਪ੍ਰੇਮ ਨਾਲ ਬਚਨ ਗੁਰੂ ਅਰਜਨ ਦੇਵ ਜੀ ਨੇ ਕੀਤੇ ਹਨ ਤੇ ਗੁਰੂ ਸਿੱਖਾਂ ਦੇ ਬਚਨ ਸੁਣੇ ਵੀ ਹਨ। ਜਦੋਂ ਚਰਚਾ ਹੁੰਦੀ, ਪਰਸਪਰ ਬੈਠ ਕੇ ਇੱਕ ਦੂਜੀ ਦੇ ਅਨੁਭਵ ਸਾਂਝੇ ਕੀਤੇ ਜਾਂਦੇ। ਸਤਿਗੁਰੂ ਸਿੱਖਾਂ ਵਿੱਚ ਹੀ ਵਰਤਦੇ ਹਨ ਤਾਂ ਗੁਰੂ ਕੇ ਸਿੱਖਾਂ ਦੇ ਅਨੁਭਵੀ ਬਚਨ ਗੁਰੂ ਸਾਹਿਬ ਸੁਣਦੇ, ਗੁਰੂ ਸਾਹਿਬ ਦੇ ਬਚਨ ਗੁਰਸਿੱਖ ਸੁਣਦੇ। ਹਾਂਜੀ, ਸਭ ਮਹਿ ਭਇਓ ਆਨੰਦ ਮਹਾਨ, ਬੜਾ ਹੀ ਆਨੰਦ ਬਣਿਆ। ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਹੁਤ ਹੀ ਆਨੰਦ, ਬਹੁਤ ਹੀ ਖੁਸ਼ੀ ਖੇੜਾ ਹੋਇਆ। ਹਾਂਜੀ, ਕੇਤਕ ਦਿਵਸ ਬਸ ਪੁਰੀ ਬਿਤਾਇਸ, ਸਤਿਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਕੁਝ ਦਿਨ ਰਹੇ ਹਨ। ਇੱਥੇ ਰਹਿ ਕੇ ਇਸ ਨਗਰੀ ਵਿੱਚ ਆਪਣੀਆਂ ਬਚਪਨ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਹਨ। ਆਪਣੇ ਬਜ਼ੁਰਗਾਂ ਨਾਲ, ਆਪਣੇ ਸਤਿਗੁਰਾਂ ਨਾਲ ਸਮਾਂ ਬਤੀਤ ਕੀਤਾ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ। ਹਾਂਜੀ, ਪੂਰਨਮਾਸ਼ੀ ਦਿਨ ਆਏ, ਫਿਰ ਪੂਰਨਮਾਸ਼ੀ ਦਾ ਦਿਹਾੜਾ ਆ ਗਿਆ, ਜਿਹੜਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਨਾ ਗੁਰੂ ਸਾਹਿਬ ਜੀ ਦਾ, ਗੁਰੂ ਅਮਰਦਾਸ ਜੀ ਦਾ, ਉਹ ਆ ਗਿਆ। ਹਾਂਜੀ, ਡੱਲੇ ਵਾਸੀ ਆਦਿਕ ਸਿੱਖ ਗਣ, ਇਹ ਮੇਲਾ ਬੜਾ ਵੱਡਾ। ਹੁਣ ਵੀ ਗੋਇੰਦਵਾਲ ਸਾਹਿਬ ਜਿਹੜੀ ਪੂਰਨਮਾਸ਼ੀ ਸਾਲਾਨਾ ਭਰਦੀ ਹੈ, ਸਾਰੇ ਇਲਾਕੇ ਦੀਆਂ ਸੰਗਤਾਂ, ਸਾਰੇ ਜਥੇ, ਸਾਰੀਆਂ ਸੰਪਰਦਾਵਾਂ, ਸਾਧੂ ਮਹਾਤਮਾ, ਨਿਹੰਗ ਸਿੰਘਾਂ ਦੇ ਦਲ ਪੰਥ ਉੱਥੇ ਇਕੱਠੇ ਹੁੰਦੇ। ਸਾਰੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਅਖੰਡ ਪਾਠ, ਲੰਗਰ, ਕੀਰਤਨ, ਅਮਰ ਸੰਚਾਰ, ਕੀਰਤਨ ਦੀਵਾਨ, ਬਹੁਤ ਵੱਡੇ ਨਗਰ ਕੀਰਤਨ ਹੋਲੇ ਮਹੱਲੇ ਦੀ ਤਰ੍ਹਾਂ ਮਨਾਏ ਜਾਂਦੇ। ਦਾਸ ਨੇ ਵੀ ਇੱਕ ਦੋ ਵਾਰੀ ਉੱਥੇ ਦਰਸ਼ਨ ਮੇਲੇ ਮਹਾਰਾਜ ਦੇ ਚਰਨਾਂ 'ਚ ਕੀਤੇ। ਡੱਲੇ ਦੀ ਸੰਗਤ ਉੱਥੇ ਆਉਂਦੀ, ਹੋਰ ਵੀ ਸੰਗਤਾਂ ਆਉਂਦੀਆਂ। ਉਸੇ ਤਰ੍ਹਾਂ ਹੀ ਉਹ ਭਾਵਨਾ ਹੁੰਦੀ ਹੈ ਵੀ ਜਿਵੇਂ ਗੁਰੂਆਂ ਦੇ ਸਮੇਂ ਆਇਆ ਕਰਦੇ ਸੀ, ਹਾਜ਼ਰ ਨਾਜ਼ਰ ਸਮਝ ਕੇ। ਜਿਹੜੇ ਗੁਰੂ ਅਸਥਾਨ ਨੇ ਸਾਧ ਸੰਗਤ ਜੀ, ਉੱਥੇ ਅਜੇ ਵੀ ਗੁਰੂ ਦੀ ਕਿਰਪਾ ਹੈ, ਉਹ ਸ਼ੰਕਾਵਾਦੀ ਲੋਕ ਘੱਟ ਮਿਲਦੇ, ਸ਼ਰਧਾਵਾਨ ਜ਼ਿਆਦਾ ਮਿਲਦੇ। ਸ੍ਰੀ ਅੰਮ੍ਰਿਤਸਰ ਵੀ ਮੈਂ ਦੇਖਿਆ, ਅੰਮ੍ਰਿਤ ਵੇਲੇ 2 ਵਜੇ 1 ਵਜੇ ਗੁਰਸਿੱਖ ਆ ਕੇ ਪ੍ਰਕਰਮਾਂ ਦੀ ਸੇਵਾ ਕਰਦੇ। ਹਜ਼ੂਰ ਸਾਹਿਬ ਵੀ ਜਿਹੜੇ ਪ੍ਰੇਮੀ ਸਿੰਘ ਸੇਵੇ ਅੰਮ੍ਰਿਤ ਵੇਲੇ 1-2 ਵਜੇ ਗਾਗਰ ਦੀ ਸੇਵਾ ਕਰਦੇ। ਪਟਨੇ ਸਾਹਿਬ ਵੀ ਇਸੇ ਤਰ੍ਹਾਂ ਹੀ। ਔਰ ਕਈਆਂ ਦਾ ਸਾਰਾ ਜੀਵਨ ਹੀ ਲੰਘ ਜਾਂਦਾ ਸੇਵਾ ਵਿੱਚ, ਸਫਲ ਹੋ ਜਾਂਦਾ। ਸਫਲ ਭਈ ਸਫਲ ਯਾਤਰਾ। ਇਹੋ ਜਿਹੇ ਅਸੀਂ ਲੋਕ ਇੱਥੇ ਬੈਠੇ ਵੀ ਕਈ ਵਾਰੀ ਨਿੰਦਾ ਕਰਨ ਲੱਗ ਜਾਂਦੇ ਹਾਂ ਤੀਰਥਾਂ ਦੀ, ਗੁਰੂ ਧਾਮਾਂ ਦੀ, ਗੁਰੂ ਸਥਾਨਾਂ ਦੀ। ਕੀ ਫਾਇਦਾ ਜੀ ਉੱਥੇ ਜਾਣ ਦਾ। ਇਹ ਨਾਸਤਿਕ ਲੋਕਾਂ ਦੀ ਬਿਰਤੀ ਇਹੋ ਜਿਹੀ, ਇਹਨਾਂ ਨੇ ਤਾਂ ਕਹਿਣਾ ਹੀ ਕਹਿਣਾ। ਪਰ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਮਾਝੇ ਦੀ ਧਰਤੀ ਤੇ ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ ਹੈ। ਉੱਥੇ ਸ਼ਰਧਾਵਾਨ ਗੁਰਸਿੱਖ ਪਿੰਡਾਂ ਦੇ ਪਿੰਡ ਭਾਵਨਾ ਨਾਲ ਸੇਵਾ ਕਰਦੇ। ਕੋਈ ਲੰਗਰਾਂ ਦੀ ਸੇਵਾ ਕਰ ਰਿਹਾ, ਕੋਈ ਗੁਰੂ ਘਰਾਂ ਦੇ ਬਿਲਡਿੰਗਾਂ ਬਣੀਆਂ ਉੱਥੇ ਸੇਵਾ ਕਰ ਰਿਹਾ। ਭਾਵਨਾ ਵਾਲੇ ਲੋਕ ਬਹੁਤ ਇਕੱਠੇ ਹੁੰਦੇ ਮੇਲੇ ਉੱਤੇ। ਗੁਰੂ ਅਮਰਦਾਸ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ ਪੂਰਨਮਾਸ਼ੀ ਦਾ, ਬੜੀ ਸੰਗਤ ਆਈ, ਬੜੀ ਸੰਗਤ ਆਈ। ਹਾਂਜੀ, ਭਇਓ ਮੇਲ ਆਏ ਸਮੁਦਾਏ, ਬੜਾ ਮੇਲਾ ਭਰਿਆ, ਬਹੁਤ ਵੱਡਾ। ਹੁਣ ਵੀ ਗੋਇੰਦਵਾਲ ਦਾ ਮੇਲਾ ਪੂਰੇ ਮਾਝੇ 'ਚ ਮਸ਼ਹੂਰ ਹੈ। ਮਾਝਾ, ਦੁਆਬਾ, ਮਾਲਵਾ ਸਾਰੇ ਹੀ ਆਉਂਦੇ। ਡੱਲਾ ਪਿੰਡ ਸੁਲਤਾਨਪੁਰੇ ਦੁਆਬੇ 'ਚ ਪੈਂਦੇ ਹੈ। ਡੱਲਾ ਹੋ ਗਿਆ ਸੁਲਤਾਨਪੁਰੇ ਦੁਆਬੇ 'ਚ,
ਤੇ ਗੋਇੰਦਵਾਲ ਸਾਹਿਬ ਹੈ ਦਰਿਆ ਦੇ ਕਿਨਾਰੇ ਤੇ, ਪਰ ਹੈ ਮਾਝੇ ਵਾਲੇ ਪਾਸੇ। ਦੋਵੇਂ ਪਾਸਿਆਂ ਤੋਂ ਸੰਗਤਾਂ ਜੁੜ ਜਾਂਦੀਆਂ, ਮਾਝੇ ਦੀਆਂ ਵੀ ਦੁਆਬੇ ਦੀਆਂ ਵੀ। ਮਾਲਵਾ ਵੀ ਨੇੜੇ ਪਰਿਓ ਹਰੀਕੇ ਪੱਤਣ ਵੱਲੋਂ ਦਰਿਆਵਾਂ ਤੋਂ ਪਾਰ ਹੋ ਕੇ ਬੇੜਿਆਂ 'ਚ ਬਹਿ ਕੇ ਸਿੱਖ ਆ ਜਾਂਦੇ ਸੀ। ਪਰੋਂ ਲਾਹੌਰ ਤੋਂ ਧੰਨੀ ਕੇ ਪੋਠੋਹਾਰ, ਲੰਮਾ ਦੇਸ਼, ਨੱਕਾ ਦੇਸ਼, ਅੱਜ ਪਾਕਿਸਤਾਨ ਵਿੱਚ ਜਿਹੜਾ ਏਰੀਆ ਚਲਾ ਗਿਆ, ਉੱਥੋਂ ਦੇ ਸਿੱਖ ਵੀ ਆ ਜਾਂਦੇ ਸਨ। ਹਾਂਜੀ, ਕੋਈ ਘਿਓ ਲਿਆ ਰਿਹਾ, ਕੋਈ ਖੰਡ ਲਿਆ ਰਿਹਾ, ਕੋਈ ਕਣਕ ਆਟਾ ਪੀਸ ਕੇ ਲਿਆ ਰਿਹਾ, ਕੋਈ ਬੱਕੀ ਦਾ ਆਟਾ ਲਿਆ ਰਿਹਾ, ਕੋਈ ਦਾਲ ਸਬਜ਼ੀਆਂ ਲੈ ਕੇ ਆ ਰਿਹਾ। ਗੱਡਿਆਂ ਦੇ ਗੱਡੇ ਭਰ ਕੇ ਰਾਸ਼ਨ ਪਿੰਡਾਂ 'ਚੋਂ ਸੰਗਤਾਂ ਲੈ ਕੇ ਆਉਂਦੀਆਂ। ਹਾਂਜੀ, ਕੋਈ ਸੋਹਣੇ ਸੋਹਣੇ ਬਰੀਕ ਬਾਸਮਤੀ ਦੇ ਚਾਵਲ ਲਿਆ ਕੇ ਲੰਗਰ ਵਿੱਚ ਪਾਉਂਦੇ ਹਨ। ਬਹੁਤ ਸਮੱਗਰੀ ਇਕੱਠੀ ਹੋ, ਬਹੁਤ ਜ਼ਿਆਦਾ ਸਮੱਗਰੀ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਇਕੱਠੀ ਹੋ ਗਈ ਹੈ। ਲੰਗਰ ਬਹੁਤ ਖੁੱਲ੍ਹਾ ਚੱਲ, ਗੁਰੂ ਅਮਰਦਾਸ ਦਾ ਲੰਗਰ ਹੈ, ਜਿੱਥੇ ਸਾਧ ਸੰਗਤ ਜੀ ਰਾਜਾ ਤੇ ਭਿਖਾਰੀ ਇੱਕੋ ਪੰਗਤ 'ਚ ਬਹਿ ਕੇ ਲੰਗਰ ਛਕਦੇ। ਗੁਰੂ ਅਮਰਦਾਸ ਦਾ ਹੁਕਮ ਹੈ, ਪਹਿਲੇ ਪੰਗਤ ਫਿਰ ਸੰਗਤ। ਉਸ ਲੰਗਰ ਦੀਆਂ ਬੜੀਆਂ ਬਰਕਤਾਂ, ਵੱਡੀਆਂ ਵਡਿਆਈਆਂ ਹਨ। ਹਾਂਜੀ, ਸਿੱਖ ਬ੍ਰਿੰਦ ਸੇਵਾ ਮਹਿ ਠਾਡੇ ਠਾਡੇ, ਬੇਅੰਤ ਸਿੱਖ ਸੇਵਾਦਾਰ ਸੇਵਾ ਵਿੱਚ ਲੱਗੇ ਹਨ। ਭੋਜਨ ਅਨ ਹੈ ਈਂਧਨ ਜਾਲ, ਕੋਈ ਬਾਲਣ ਲੈ ਕੇ ਆ ਰਿਹਾ, ਕੋਈ ਲੱਕੜਾਂ ਲੈ ਕੇ, ਕੋਈ ਜਲ ਲੈ ਕੇ ਆ ਰਿਹਾ, ਕੋਈ ਭਾਂਡੇ ਮਾਂਜ ਰਿਹਾ, ਕੋਈ ਚੁੱਲ੍ਹੇ ਚੌਂਕ ਰਿਹਾ, ਕੋਈ ਆਟਾ ਗੁੰਨ ਰਿਹਾ, ਕੋਈ ਪ੍ਰਸ਼ਾਦੇ ਲਾ ਰਿਹਾ, ਕੋਈ ਦਾਲ ਸਬਜ਼ੀ ਵਿੱਚ ਕੜਛਾ ਫੇਰ ਰਿਹਾ, ਕੋਈ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਾ ਰਿਹਾ, ਕੋਈ ਵਰਤਾ ਰਿਹਾ, ਕੋਈ ਛਕ ਰਿਹਾ ਤੇ ਕੋਈ ਛਕਾ ਰਿਹਾ। ਕਿਆਸੀ ਰੌਣਕ ਲੱਗੀ ਜੋੜ ਮੇਲੇ ਦੀ। ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੀ ਜੈ ਜੈਕਾਰ ਹੋ ਰਹੀ ਹੈ। ਹਾਂਜੀ, ਅਨੇਕ ਪ੍ਰਕਾਰ ਨਾਲ ਲੰਗਰ ਤਿਆਰ, ਵਧੀਆ ਸਵਾਦੀ ਖਾਣੇ, 36 ਪ੍ਰਕਾਰ ਦੇ ਖੀਰਾਂ, ਕੜਾਹ, ਦਾਲਾਂ, ਸਬਜ਼ੀਆਂ, ਕੋਈ ਨਵੀਂ ਨਹੀਂ। ਅਨੇਕ ਪ੍ਰਕਾਰ ਦੇ ਸਵਾਦਿਸ਼ਟ ਭੋਜਨ ਬਣ ਰਹੇ ਨੇ। ਸਿੱਖ ਸੰਗਤ ਥਿਤ ਪੰਗਤ ਨਾਲ, ਗੁਰੂ ਦੀਆਂ ਸੰਗਤਾਂ ਬੈਠੀਆਂ ਪੰਗਤਾਂ ਲਾ ਲਾ ਕੇ ਲੰਗਰ ਛਕ ਰਹੀਆਂ, ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰ ਰਹੀਆਂ। ਸ੍ਰੀ ਅਰਜਨ ਜਲ ਨਿਜ ਘਰ ਧਰ ਕੈ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਪਾਣੀ ਲੈ ਕੇ ਸੰਗਤਾਂ ਨੂੰ ਛਕਾ ਰਹੇ ਨੇ। ਹਾਂਜੀ, ਚਰਨ ਪਖਾਰੇ ਪ੍ਰੀਤ ਵਿਸਾਲ, ਬੜੇ ਪ੍ਰੇਮ ਦੇ ਨਾਲ ਆਪਣੇ ਬਜ਼ੁਰਗਾਂ ਦੇ ਚਰਨ ਧੋਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਾਂਜੀ, ਮਹਾਦੇਵ ਸੇਵਾ ਮੋਹ ਲਾਗੇ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਮਹਾਦੇਵ ਜੀ ਵੀ ਆਪ ਸੇਵਾ 'ਚ ਲੱਗੇ ਹੋਏ। ਗੁਰੂ ਅਰਜਨ ਦੇਵ ਜੀ ਸੰਗਤਾਂ ਦੇ ਚਰਨ ਧੋਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਧੰਨ ਗੁਰੂ ਅਰਜਨ ਦੇਵ ਜੀ ਕਿ ਤ੍ਰਿਲੋਕੀ ਦੇ ਮਾਲਕ ਆਪ ਪਾਣੀ ਹੱਥ ਵਿੱਚ ਫੜਿਆ, ਜਲ ਦਾ ਗੜਵਾ ਗੁਰਸਿੱਖਾਂ ਦੇ ਚਰਨ ਧੋਂਦੇ, ਹੱਥ ਧੋਂਦੇ ਹਨ। ਬਾਬਾ ਮਹਾਦੇਵ ਜੀ ਲੰਗਰ ਵਰਤਾਉਂਦੇ ਹਨ, ਸੇਵਾ ਆਪ ਕਰ ਰਹੇ ਨੇ। ਸਾਰੀ ਦੁਨੀਆ ਦੇ ਮਾਲਕ ਗੁਰੂ ਅਰਜਨ ਦੇਵ ਜੀ। ਹਾਂਜੀ, ਵਰਤਾਵ ਹੈ ਬਹੁ ਅਸਨ ਰਸਾਲ, ਬਾਬਾ ਮਹਾਦੇਵ ਜੀ ਖੀਰ ਵਰਤਾ ਰਹੇ ਨੇ, ਕਦੀ ਕੜਾਹ ਵਰਤਾਉਣ ਲੱਗ ਜਾਂਦੇ ਨੇ, ਕਦੀ ਪ੍ਰਸ਼ਾਦੇ ਵਰਤਾਉਣ ਲੱਗ ਜਾਂਦੇ ਲੰਗਰ ਵਿੱਚ। ਗੁਰੂ ਅਰਜਨ ਦੇਵ ਜੀ ਸੰਗਤਾਂ ਦੇ ਹੱਥ ਧੋਆਉਂਦੇ ਨੇ, ਪੰਗਤਾਂ ਲਵਾਉਂਦੇ ਨੇ, ਪੈਰ ਧੋਆਉਂਦੇ ਨੇ ਸਿੱਖਾਂ ਦੇ। ਹਾਂਜੀ, ਮੋਹਨ ਆਨੰਦ ਮੋਹਰੀ ਆਦ, ਬਾਬਾ ਮੋਹਨ ਜੀ ਬਜ਼ੁਰਗ ਨੇ, ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ। ਜੇ ਸਭ ਸੰਗਤ ਹੀ ਸੇਵਕ ਰੰਤ, ਇਹ ਵੀ ਗੁਰੂ ਦੀ ਸੇਵਾ ਕਰਦੇ, ਸੰਗਤ ਦੀ ਸੇਵਾ ਕਰਦੇ ਹਨ। ਸ੍ਰੀ ਗੁਰੂ ਅਮਰਦਾਸ ਕੋ ਸਮਖ ਹੈ, ਇਹ ਗੁਰੂ ਅਮਰਦਾਸ ਦਾ ਜਗ ਹੈ। ਇਹਨੂੰ ਅਜੇ ਤਾਈਂ ਜਗ ਹੀ ਕਹਿੰਦੇ ਆ, ਗੋਇੰਦਵਾਲ ਦਾ ਜਗ। ਗੁਰੂ ਸਾਹਿਬ ਜੀ ਦੇ ਨਿਮਿਤ ਇਹ ਹਰ ਸਾਲ ਹੁੰਦਾ, ਬਹੁਤ ਵੱਡਾ ਹੁੰਦਾ। ਹਾਂਜੀ, ਸਾਰੇ ਸੇਵਾ ਕਰਨੀ ਚਾਹੁੰਦੇ ਵੀ ਗੁਰੂ ਅਮਰਦਾਸ ਦਾ ਜਗ ਹੈ। ਉਹਨਾਂ ਮਹਾਰਾਜ ਤੀਸਰੇ ਪਾਤਸ਼ਾਹ ਦੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓੜ ਸਤਿਗੁਰੂ, ਨਿਆਸਰਿਆਂ ਦੇ ਆਸਰੇ ਸਤਿਗੁਰੂ,
ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਾਣਿਆ। ਉਹਨਾਂ ਦਾ ਸਾਲਾਨਾ ਜੱਗ ਹੈ, ਇਸ ਕਰਕੇ ਕੋਈ ਵੀ ਕਸਰ ਨਹੀਂ ਛੱਡਦੇ ਸੇਵਾ ਦੀ। ਹਾਂਜੀ, ਕਈ ਵਰਤਾ ਰਹੇ ਨੇ, ਕਈ ਛਕ ਰਹੇ ਨੇ। ਛਕਣ ਦੀ ਵੀ ਸੇਵਾ ਹੁੰਦੀ ਹੈ। ਬਾਬਾ ਕੀਰਤਨ ਸਿੰਘ ਜੀ, ਨਿਹੰਗ ਸਿੰਘ ਬਾਬੇ ਬਕਾਲੇ ਵਾਲੇ ਨੇ, ਉਹਨਾਂ ਨੇ ਇਹ ਬਚਨ ਕਹਿਣਾ, ਖਾਲਸਾ ਜੀ ਛਕਣ ਦੀ ਸੇਵਾ ਕਰੋ। ਉਹ ਕਿਸੇ ਨੇ ਆਖਣਾ ਬਾਬਾ ਜੀ ਛਕਣ ਦੀ ਕਿਹੜੀ ਸੇਵਾ ਹੁੰਦੀ? ਉਹਨਾਂ ਨੇ ਕਹਿਣਾ, ਕਹਿੰਦੇ ਛਕਣ ਦੀ ਸੇਵਾ ਹੋਵੇਗੀ ਤਾਂ ਹੀ ਛਕਾਉਣ ਦੀ ਹੋਣੀ ਹੈ। ਜੇ ਕੋਈ ਛਕਣ ਵਾਲਾ ਹੋਵੇ ਹੀ ਨਾ, ਛਕਾਉਣ ਵਾਲਾ ਛਕਾਏਗਾ ਕਿਹਨੂੰ? ਤਾਂ ਭਾਈ ਛਕਣ ਦੀ ਵੀ ਸੇਵਾ ਤੇ ਛਕਾਉਣ ਦੀ ਵੀ ਸੇਵਾ, ਗੱਲ ਗੁਰੂ ਦੇ ਪਿਆਰ ਦੀ ਹੈ, ਪ੍ਰੇਮ ਭਗਤੀ ਦੀ ਹੈ। ਹਾਂਜੀ, ਕਈ ਜਲ ਛਕਾਵੇ ਸੰਗਤਾਂ ਨੂੰ ਤੇ ਕਈ ਦਾਲਾਂ ਭਾਜੀਆਂ ਵਰਤਾ ਰਹੇ ਨੇ। ਜੈਸੀ ਜੈਸੀ ਸੇਵਾ ਕਿਸੇ ਨੂੰ ਮਿਲਦੀ ਭੱਜ ਭੱਜ ਕੇ ਕਰਦੇ ਨੇ, ਕੋਈ ਛਕਦੇ ਨੇ, ਕੋਈ ਛਕਾਉਂਦੇ ਨੇ। ਹਾਂਜੀ, ਹਜ਼ਾਰਾਂ ਸੰਗਤਾਂ ਦਾ ਮੇਲਾ ਹੈ, ਛੋਟਾ ਮੋਟਾ ਜੋੜ ਮੇਲਾ ਨਹੀਂ। ਗੋਇੰਦਵਾਲ ਦਾ ਮੇਲਾ ਬਹੁਤ ਵੱਡਾ, ਜੋਤੀ ਜੋਤ ਸਮਾਨ ਦਾ ਗੁਰਪੁਰਬ ਹੈ, ਗੁਰੂ ਅਮਰਦਾਸ ਮਹਾਰਾਜ ਦਾ। ਹਾਂਜੀ, ਇਸ ਜੋੜ ਮੇਲੇ ਦੀ ਦੂਰ ਦੂਰ ਤੱਕ ਪ੍ਰਸਿੱਧੀ ਹੈ, ਬੜਾ ਕੋਲਾਹਲ ਹੈ, ਬਹੁਤ ਦੁਨੀਆ ਆਉਂਦੀ ਹੈ ਇਸ ਮੇਲੇ ਵਿੱਚ। ਹਾਂਜੀ, ਬੜੇ ਪ੍ਰੇਮ ਨਾਲ ਸੰਗਤਾਂ ਪੰਗਤਾਂ ਲਾ ਲਾ ਕੇ ਬਹਿੰਦੀਆਂ, ਲੰਗਰ ਛਕਦੀਆਂ ਹਨ। ਹਾਂਜੀ, ਮੰਗਤੇ ਗਰੀਬ ਜਿੰਨੇ ਆਉਂਦੇ ਉਹਨਾਂ ਦੀਆਂ ਵੀ ਅਭਿਲਾਸ਼ਾਂ ਪੂਰੀਆਂ ਹੁੰਦੀਆਂ। ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਹਾਂਜੀ, ਇਸ ਤਰ੍ਹਾਂ ਬੜਾ ਵੱਡਾ ਪੂਰਨਮਾਸ਼ੀ ਦਾ ਮੇਲਾ ਹੈ। ਸੰਗਤਾਂ ਛਕ ਰਹੀਆਂ ਨੇ, ਛਕਾ ਰਹੀਆਂ ਨੇ, ਪ੍ਰੇਮ ਸੇਵਾ ਹੋ ਰਹੀ ਹੈ। ਸਾਰਿਆਂ ਵਿੱਚ ਖੁਸ਼ੀ ਖੁਸ਼ੀ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਪਿਆਰ ਹੈ। ਭਾਵੇਂ ਉਹਨਾਂ ਦੀ ਜੋਤੀ ਜੋਤ ਸਮਾਨ ਦਾ ਗੁਰਪੁਰਬ ਹੈ, ਪਰ ਇੰਝ ਲੱਗਦਾ ਵੀ ਗੁਰੂ ਪਿਤਾ ਸਾਡੇ ਸਿਰ ਤੇ ਹੱਥ ਰੱਖ ਰਹੇ ਨੇ, ਸਾਨੂੰ ਮਿਹਰਾਂ ਦੇ ਰਹੇ ਨੇ, ਸਾਨੂੰ ਬਖਸ਼ਿਸ਼ਾਂ ਦੇ ਰਹੇ ਨੇ। ਹਾਂਜੀ, ਗੁਰੂ ਅਮਰ ਕੇ ਜਸ ਕੋ ਭਾਖ, ਜੈ ਗੁਰੂ ਅਮਰਦਾਸ ਦਾ ਜਸ ਕਰੇ ਸਾਰੀ ਸੰਗਤ। ਗੁਰੂ ਦਰਸ਼ਨ ਹਰਖਤ ਹੋਇਆ ਕਰ, ਗੁਰੂ ਮਹਾਰਾਜ ਦੇ ਦਰਸ਼ਨ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਵੀ ਹੋ ਰਹੇ ਨੇ। ਵਿੱਚੇ ਗੁਰੂ ਅਰਜਨ ਦੇਵ ਜੀ ਫਿਰ ਰਹੇ ਸੰਗਤਾਂ ਦੇ, ਕਿਸੇ ਨੂੰ ਪ੍ਰਸ਼ਾਦਾ ਛਕਾ ਰਹੇ ਨੇ, ਕਦੀ ਹੱਥ ਧੁਆ ਰਹੇ ਨੇ, ਤੇ ਉਹਨਾਂ ਦੇ ਦਰਸ਼ਨ ਕਰਕੇ ਸੰਗਤਾਂ ਬਹੁਤ ਖੁਸ਼ ਹੋ ਰਹੀਆਂ ਨੇ। ਹਾਂਜੀ, ਬੜੇ ਪ੍ਰੇਮ ਨਾਲ ਲੋਕ ਮਿਲਦੇ ਨੇ, ਸ਼ਰਧਾ ਨਾਲ ਆ ਕੇ। ਇਸ ਤਰ੍ਹਾਂ ਪੂਰਨਮਾਸ਼ੀ ਦਾ, ਇਹ ਪੂਰਨਮਾਸ਼ੀ ਕੋ ਮੇਲਾ, ਇਸ ਤਰ੍ਹਾਂ ਪੂਰਨਮਾਸ਼ੀ ਦਾ ਮੇਲਾ ਹੈ। ਦਰਸ਼ਨ ਕਰ ਨਰ ਸਭਦਾਏ, ਸਭ ਨੇ ਦਰਸ਼ਨ ਮੇਲੇ ਕੀਤੇ, ਜੋੜ ਮੇਲੇ 'ਚ ਹਾਜ਼ਰੀਆਂ ਭਰੀਆਂ। ਅੱਜ ਦਿਵਸ ਹੈ ਗੁਰੂ ਅਮਰ ਕੋ, ਆ ਕਹਿੰਦੇ ਅੱਜ ਦਾ ਜਿਹੜਾ ਦਿਹਾੜਾ ਹੈ ਗੁਰੂ ਅਮਰਦਾਸ ਦੇ ਦਰਬਾਰ ਦਾ, ਦੇਖਣ ਕੇ ਫਲ ਕੋ ਨਰ ਪਾਏ। ਉਹਨਾਂ ਦੇ ਜੋੜ ਮੇਲੇ ਤੇ ਹਾਜ਼ਰੀ ਭਰਨ ਦਾ ਇੰਨਾ ਫਲ ਹੈ ਵੀ ਜਿੰਨਾ ਗੁਰੂ ਅਮਰਦਾਸ ਦੇ ਪ੍ਰਤੱਖ ਦਰਸ਼ਨਾਂ ਦਾ ਹੋਵੇ। ਹਾਂਜੀ, ਸਭ ਸੰਗਤ ਮਹਿ ਆਏ ਪ੍ਰਵੇਸ਼ਤ। ਇਹ ਦੇਖੋ ਗੁਰਸਿੱਖਾਂ ਦੀ ਵਿਵੇਕ ਬੁੱਧੀ। ਕਹਿੰਦੇ ਅੱਜ ਵਾਲੇ ਦਿਨ ਨਾ ਗੁਰੂ ਅਮਰਦਾਸ ਜੀ ਆਪਣੀਆਂ ਸੰਗਤਾਂ 'ਚ ਆ ਕੇ ਪ੍ਰਵੇਸ਼ ਕਰ ਜਾਂਦੇ ਆ। ਇਹ ਅੱਜ ਕੱਲ੍ਹ ਜਿਹੜੇ ਨਾਸਤਕ ਟੋਲੇ ਵਾਲੇ, ਇਹਨਾਂ ਨੂੰ ਤਾਂ ਨਹੀਂ ਗੱਲ ਸਮਝ ਆਉਣੀ, ਪਰ ਸਾਧ ਸੰਗਤ ਜੀ ਹੋਲੇ ਮਹੱਲੇ 'ਤੇ ਅਸੀਂ ਇੱਕ ਸਿੰਘ ਦੇ ਦਰਸ਼ਨ ਕਰਿਆ ਕਰਦੇ ਸੀ, ਬਜ਼ੁਰਗ ਦੇ। ਉਹ ਇੰਨਾ ਰੰਗਿਆ ਜਾਂਦਾ ਸੀ ਨਾ, ਇੰਨਾ ਰੰਗਿਆ ਜਾਂਦਾ ਸੀ। ਉਹ ਕਹਿੰਦਾ ਸੀ ਅੱਜ ਨਾ ਮਹਾਰਾਜ ਦਸਵੇਂ ਪਾਤਸ਼ਾਹ ਮੈਨੂੰ ਸਾਰੇ ਪਾਸੇ ਫਿਰਦੇ ਦਰਸ਼ਨ ਹੁੰਦੇ ਪ੍ਰਤੱਖ। ਕਿੱਥੋਂ ਦਰਸ਼ਨ ਹੁੰਦੇ? ਗੁਰਸਿੱਖਾਂ ਵਿੱਚ। ਮੇਲਿਆਂ ਦੇ ਜਾਣ ਦਾ ਜਦੋਂ ਜਿਹੜਾ ਵੀ ਕੋਈ ਜੋੜ ਮੇਲਾ ਹੋਵੇ ਉਹਦੇ 'ਚ ਮਹਾਰਾਜ ਸਾਹਿਬ ਜੀ ਆ ਜਾਂਦੇ ਆ, ਸ਼ਹੀਦ ਸਿੰਘ ਆ ਜਾਂਦੇ, ਗੁਰੂ ਸਾਹਿਬ ਆ ਜਾਂਦੇ, ਅੱਖਾਂ ਵਾਲੇ ਨੂੰ ਦਰਸ਼ਨ ਹੁੰਦੇ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਬੇਫਲ ਮਿਲਦਾ। ਅੱਜ ਗੁਰੂ ਅਮਰਦਾਸ ਜੀ ਆਪਣੀ ਸੰਗਤਾਂ 'ਚ ਪ੍ਰਵੇਸ਼ ਕਰ ਜਾਂਦੇ। ਹਾਂਜੀ, ਮਹਾ ਮਹਾਤਮ ਕਹਿਓ ਨਾ ਜਾਏ, ਬੜਾ ਮਹਾਤਮ ਹੈ, ਇਸ ਗੱਲ ਦਾ ਦੱਸਿਆ ਨਹੀਂ ਜਾ ਸਕਦਾ। ਹਾਂਜੀ, ਗੁਰ ਜਸ ਕੋਇ ਉਚਰਤ ਜਮਨੇ, ਇਹ ਤਾਂ ਗੁਰੂ ਸਾਹਿਬ ਦਾ ਜਸ ਕਰਦੇ ਕਰਦੇ ਸਾਰੇ ਗੁਰਸਿੱਖ ਜਾਂਦੇ ਹਨ। ਆਪੋ ਆਪਣੇ ਸਦਨ ਸਿਧਾਏ, ਆਪਣੇ ਆਪਣੇ ਘਰਾਂ ਨੂੰ ਫਿਰ ਹੌਲੇ ਹੌਲੇ ਵਾਪਸ ਹੋ ਜਾਂਦੇ। ਮੇਲੇ ਤੋਂ ਬਾਅਦ ਮੇਲਾ ਵਿਛੜ ਜਾਂਦਾ ਹੈ। ਹਾਂਜੀ, ਦੋਹਰਾ ਮੇਲਾ ਭਇਓ ਸੋ ਵਿਛੜ ਗਿਆ,
ਮੇਲਾ ਹੋਇਆ ਪੂਰਨਮਾਸ਼ੀ ਦਾ, 2-4 ਦਿਨ ਜੋੜ ਮੇਲਾ ਭਰਿਆ, ਫਿਰ ਵਿਛੜ ਗਿਆ। ਹਾਂਜੀ। ਸ੍ਰੀ ਅਰਜਨ ਕਰ ਬਾਸ, ਗੁਰੂ ਅਰਜਨ ਦੇਵ ਜੀ ਉੱਥੇ ਕੁਝ ਸਮਾਂ ਰਹੇ। ਪੂਰਨਮਾ ਪਿਛੇ ਰਹੇ, ਪੂਰਨਮਾਸ਼ੀ ਤੋਂ ਬਾਅਦ ਮਹਾਰਾਜ ਉੱਥੇ ਹੀ ਰਹੇ ਹਨ। ਮੋਹਨ ਮੋਹਰੀ ਪਾਸ, ਬਾਬਾ ਮੋਹਨ ਜੀ ਦੇ ਮੋਹਰੀ ਜੀ ਦੇ ਕੋਲ ਰਹੇ ਨੇ। ਕੁਝ ਦਿਨਾਂ ਪਿੱਛੋਂ ਗੁਰੂ ਜੀ ਦੇ ਵੱਡੇ ਭਾਈ ਬਾਬਾ ਮਹਾਦੇਵ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿਓ, ਮੇਰੀ ਜੀਵਨ ਯਾਤਰਾ ਪੂਰੀ ਹੋ ਗਈ ਹੈ, ਸੱਚਖੰਡ ਤੋਂ ਸੱਦੇ ਆ ਗਏ, ਮੈਂ ਜਾ ਰਿਹਾ ਹਾਂ। ਗੁਰੂ ਸਾਹਿਬ ਦੇ ਵੱਡੇ ਭਾਈ ਬਾਬਾ ਮਹਾਦੇਵ ਜੀ ਗੋਇੰਦਵਾਲ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਸਨ। ਉਹਨਾਂ ਦਾ ਸਾਰਾ ਕਿਰਿਆ ਕਰਮ ਕਰਕੇ ਗੁਰੂ ਅਰਜਨ ਦੇਵ ਜੀ ਵਾਪਸ ਅੰਮ੍ਰਿਤਸਰ ਆਏ। ਫਿਰ ਆਪਣੀ ਸ਼ਹੀਦੀ ਦੀਆਂ ਤਿਆਰੀਆਂ ਕਰ ਲਈਆਂ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।